ਗੁੱਡ ਮਾਰਨਿੰਗ ਪਿਆਰੇ ਬੱਚਿਓ। ਆਓ ਇੱਕ ਕਹਾਣੀ ਸੁਣਦੇ ਹਾਂ। ਅੱਜ ਦੀ ਕਹਾਣੀ ਦਾ ਸਿਰਲੇਖ ਹੈ ਗਿੱਦੜ ਅਤੇ ਮੰਤਰ। ਪੰਡਿਤ ਰਾਮ ਦੁਲਾਰੇ ਰਾਜਾ ਦੇ ਦਰਬਾਰ ਵਿੱਚ ਰਾਜ ਪੁਰੋਹਿਤ ਦੀ ਗੱਦੀ ਤੇ ਬਿਰਾਜਮਾਨ ਸਨ। ਹਰ ਕੰਮ ਉਹਨਾਂ ਦੀ ਇੱਛਾ ਦੇ ਨਾਲ ਕਰਨਾ ਰਾਜਾ ਦਾ ਧਰਮ ਸੀ। ਦੇਸ਼ ਤੇ ਜਦੋਂ ਵੀ ਕੋਈ ਸੰਕਟ ਆ ਜਾਂਦਾ ਤਾਂ ਸਭ ਤੋਂ ਪਹਿਲਾਂ ਪੰਡਿਤ ਰਾਮ ਦੁਲਾਰੇ ਤੋਂ ਸਲਾਹ ਲਈ ਜਾਂਦੀ ਸੀ। ਇੱਕ ਵਾਰ ਦੇਸ਼ ਦੇ ਵਿੱਚ ਭਿਆਨਕ ਸੋਕਾ ਪੈ ਗਿਆ। ਖੂਹ, ਤਲਾਬ, ਨਹਿਰਾਂ ਸੁੱਕਣ ਲੱਗੀਆਂ। ਲੋਕ ਪਾਣੀ ਤੋਂ ਬਿਨਾਂ ਤੜਫ ਰਹੇ ਸਨ। ਅਜਿਹੇ ਮੌਕੇ 'ਤੇ ਰਾਜਾ ਮਾਨ ਸਿੰਘ ਨੇ ਪੰਡਿਤ ਰਾਮ ਦੁਲਾਰੇ ਨੂੰ ਬੁਲਾ ਕੇ ਪੁੱਛਿਆ, ਪੰਡਿਤ ਜੀ, ਹੁਣ ਸਾਡੇ ਦੇਸ਼ ਅਤੇ ਪ੍ਰਜਾ ਦਾ ਕੀ ਹੋਵੇਗਾ? ਸੋਕੇ ਨਾਲ ਲੋਕ ਮਰ ਰਹੇ ਹਨ। ਜੇ ਇਹੀ ਹਾਲਤ ਰਹੀ ਤਾਂ ਪ੍ਰਜਾ ਪਾਣੀ ਤੋਂ ਬਿਨਾਂ ਤੜਫ ਤੜਫ ਕੇ ਮਰ ਜਾਵੇਗੀ। ਰਾਜਾ ਨੂੰ ਚਿੰਤਤ ਵੇਖ ਕੇ ਪੰਡਿਤ ਰਾਮ ਦੁਲਾਰੇ ਨੇ ਕਿਹਾ, ਰਾਜਨ, ਤੁਸੀਂ ਚਿੰਤਾ ਨਾ ਕਰੋ। ਮੈਂ ਹੁਣੇ ਜੰਗਲ ਵਿੱਚ ਜਾ ਕੇ ਪ੍ਰਭੂ ਨੂੰ ਖੁਸ਼ ਕਰਨ ਲਈ ਮੰਤਰਾਂ ਦਾ ਜਾਪ ਕਰਦਾ ਹਾਂ। ਉਸ ਮੰਤਰ ਨਾਲ ਰਾਜਾ ਇੰਦਰ ਵੀ ਖੁਸ਼ ਹੋ ਜਾਣਗੇ ਅਤੇ ਮੀਂਹ ਪੈ ਜਾਣਗੇ। ਇੰਨਾ ਕਹਿ ਕੇ ਪੰਡਿਤ ਰਾਮ ਦੁਲਾਰੇ ਸ਼ਹਿਰ ਛੱਡ ਕੇ ਜੰਗਲ ਦੇ ਵੱਲ ਚੱਲ ਪਏ। ਇੱਕ ਘਣੇ ਰੁੱਖ ਦੇ ਹੇਠਾਂ ਬੈਠ ਕੇ ਪੰਡਿਤ ਜੀ ਨੇ ਜ਼ੋਰ-ਜ਼ੋਰ ਦੇ ਨਾਲ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ। ਮੰਤਰ ਦੀ ਆਵਾਜ਼ ਸੁਣ ਕੇ ਰੁੱਖ ਦੀ ਜੜ ਦੇ ਵਿੱਚ ਰਹਿਣ ਵਾਲਾ ਗਿੱਦੜ ਉੱਠ ਕੇ ਬੈਠ ਗਿਆ। ਉਸ ਦੇ ਸਾਹਮਣੇ ਪੰਡਿਤ ਜੀ ਨੂੰ ਮੰਤਰ ਪੜ੍ਹਦੇ ਹੋਏ ਜਦੋਂ ਦੇਖਿਆ, ਦਿਲ ਦੇ ਵਿੱਚ ਸੋਚਣ ਲੱਗਾ, ਮੈਂ ਕਿਉਂ ਨਾ ਪੰਡਿਤ ਜੀ ਦੇ ਕੋਲ ਬੈਠੇ ਇਸ ਮੰਤਰ ਨੂੰ ਸੁਣਦਾ ਰਹਾਂ। ਇਸ ਤਰ੍ਹਾਂ ਮੈਨੂੰ ਵੀ ਇਹ ਮੰਤਰ ਯਾਦ ਹੋ ਜਾਵੇਗਾ। ਮੈਂ ਪੰਡਿਤ ਬਣ ਜਾਵਾਂਗਾ। ਲੋਕ ਪੰਡਿਤ ਦੀ ਬਹੁਤ ਹੀ ਇੱਜ਼ਤ ਕਰਦੇ ਹਨ। ਇਹ ਸੋਚ ਕੇ ਗਿੱਦੜ ਪੰਡਿਤ ਦੇ ਕੋਲ ਜਾ ਬੈਠਾ। ਜਿਵੇਂ ਜਿਵੇਂ ਪੰਡਿਤ ਮੰਤਰ ਪੜ੍ਹਦਾ ਗਿਆ, ਗਿੱਦੜ ਉਸ ਨੂੰ ਯਾਦ ਕਰਦਾ ਗਿਆ। ਪੰਡਿਤ ਅੱਖਾਂ ਬੰਦ ਕੀਤੇ ਬ੍ਰਹਮ ਮੰਤਰ ਦਾ ਪਾਠ ਕਰ ਰਿਹਾ ਸੀ। ਜਿਵੇਂ ਹੀ ਪਾਠ ਸਮਾਪਤ ਕਰਕੇ ਪੰਡਿਤ ਜੀ ਨੇ ਅੱਖਾਂ ਖੋਲ੍ਹੀਆਂ ਤਾਂ ਉਸਨੇ ਆਪਣੇ ਸਾਹਮਣੇ ਬੈਠੇ ਗਿੱਦੜ ਨੂੰ ਵੇਖਿਆ ਅਤੇ ਬੋਲਿਆ, ਓਏ ਦੁਸ਼ਟ, ਤੂੰ? ਹਾਂ ਪੰਡਿਤ ਜੀ, ਮੈਂ ਤੁਹਾਡਾ ਸਾਰਾ ਮੰਤਰ ਸੁਣ ਲਿਆ ਅਤੇ ਮੈਂ ਹੁਣ ਉਸ ਮੰਤਰ ਨੂੰ ਪੂਰੀ ਤਰ੍ਹਾਂ ਯਾਦ ਕਰ ਲਿਆ ਹੈ। ਹੁਣ ਮੈਂ ਵੀ ਪੰਡਿਤ ਬਣਾਂਗਾ। ਪੰਡਿਤ ਇੱਕਦਮ ਘਬਰਾ ਗਿਆ। ਗਿੱਦੜ ਦਾ ਇਸ ਮੰਤਰ ਨੂੰ ਯਾਦ ਕਰ ਲੈਣਾ ਠੀਕ ਨਹੀਂ ਹੋਵੇਗਾ। ਇਸ ਗਿਆਨ ਵਿੱਦਿਆ 'ਤੇ ਤਾਂ ਸਿਰਫ ਪੰਡਿਤਾਂ ਦਾ ਅਧਿਕਾਰ ਹੈ। ਇਹ ਗਿੱਦੜ ਉਸ ਦਾ ਦੁਰਉਪਯੋਗ ਕਰ ਸਕਦਾ ਹੈ। ਮੈਨੂੰ ਇਸ ਗਿੱਦੜ ਨੂੰ ਫੜ ਕੇ ਬੰਦ ਕਰ ਦੇਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਕਿ ਪੰਡਿਤ ਉਸ ਗਿੱਦੜ ਨੂੰ ਫੜਦਾ, ਗਿੱਦੜ ਉੱਥੋਂ ਭੱਜ ਨਿਕਲਿਆ। ਪੰਡਿਤ ਜੀ ਪਿੱਛੇ ਪਿੱਛੇ ਭੱਜਣ ਲੱਗੇ, ਪਰ ਕਦੋਂ ਤੱਕ ਭੱਜਦੇ? ਗਿੱਦੜ ਬਹੁਤ ਤੇਜ਼ ਭੱਜ ਰਿਹਾ ਸੀ। ਆਖਿਰ ਥੱਕ ਹਾਰ ਕੇ ਪੰਡਿਤ ਜੀ ਢਿੱਲੇ ਪੈ ਗਏ। ਗਿੱਦੜ ਉਹਨਾਂ ਦੀ ਪਹੁੰਚ ਤੋਂ ਬਹੁਤ ਅੱਗੇ ਲੰਘ ਕੇ ਸੰਘਣੇ ਜੰਗਲ ਦੇ ਵਿੱਚ ਜਾ ਲੁਕਿਆ। ਪੰਡਿਤ ਵਿਚਾਰਾ ਦੂਰ ਖੜਾ ਨਿਰਾਸ਼ ਹੋ ਕੇ ਸਾਰਾ ਕੁਝ ਵੇਖਦਾ ਰਹਿ ਗਿਆ। ਸੋਚਦਾ ਰਿਹਾ, ਇਹ ਗਿੱਦੜ ਇਸ ਮੰਤਰ ਦੇ ਨਾਲ ਬਹੁਤ ਕੁਝ ਕਰ ਸਕਦਾ ਹੈ। ਇਹ ਤਾਂ ਬ੍ਰਹਮ ਮੰਤਰ ਹੈ। ਇਸ ਪਾਗਲ ਦੇ ਹੱਥ ਇਹ ਮੰਤਰ ਲੱਗਣਾ ਸਹੀ ਨਹੀਂ। ਪਰ ਹੁਣ ਕੀ ਹੋ ਸਕਦਾ ਸੀ? ਭਗਵਾਨ ਨੂੰ ਜੋ ਮਨਜ਼ੂਰ ਸੀ ਉਹ ਹੋ ਚੁੱਕਾ ਸੀ। ਗਿੱਦੜ ਬ੍ਰਹਮ ਮੰਤਰ ਸਿੱਖ ਕੇ ਜੰਗਲ ਦੇ ਵਿੱਚ ਗਾਇਬ ਹੋ ਚੁੱਕਾ ਸੀ। ਪੰਡਿਤ ਵਿਚਾਰਾ ਦੁਖੀ ਮਨ ਦੇ ਨਾਲ ਸ਼ਹਿਰ ਵਾਪਸ ਆ ਗਿਆ। ਉੱਧਰ ਗਿੱਦੜ ਜੰਗਲ ਵਿੱਚ ਪਹੁੰਚ ਕੇ ਆਪਣੇ ਆਪ ਨੂੰ ਬਹੁਤ ਵੱਡਾ ਵਿਦਵਾਨ ਸਮਝਣ ਲੱਗਾ। ਉਸ ਦੀ ਇਹ ਗੱਲ ਗਿੱਦੜ ਸੋਚ ਰਿਹਾ ਸੀ, ਉਹ ਬ੍ਰਹਮ ਮੰਤਰ ਦੀ ਬਦੌਲਤ ਸਾਰੇ ਜੰਗਲ 'ਤੇ ਰਾਜ ਕਰੇਗਾ। ਗਿੱਦੜ ਨੇ ਮਨ ਹੀ ਮਨ ਮਤਾ ਪਕਾਇਆ ਕਿ ਉਸ ਨੂੰ ਰਾਜਾ ਬਣਨ ਤੋਂ ਪਹਿਲਾਂ ਆਪਣਾ ਵਿਆਹ ਕਰਵਾ ਲੈਣਾ ਚਾਹੀਦਾ ਹੈ। ਰਾਜਾ ਦਾ ਹਾਣੀ ਹੋਣਾ ਵੀ ਤਾਂ ਜ਼ਰੂਰੀ ਹੈ। ਹੁਣ ਤਾਂ ਉਹ ਵਿਦਵਾਨ ਪੰਡਿਤ ਬਣ ਗਿਆ ਹੈ। ਉਸ ਦੇ ਨਾਲ ਤਾਂ ਕੋਈ ਵੀ ਗਿੱਦੜੀ ਵਿਆਹ ਕਰਵਾ ਕੇ ਬਹੁਤ ਖੁਸ਼ ਹੋਵੇਗੀ। ਇਸ ਦੇ ਲਈ ਉਸ ਨੂੰ ਪਹਿਲਾਂ ਗਿੱਦੜਾਂ ਦੇ ਰਾਜੇ ਕੋਲ ਜਾਣਾ ਪਵੇਗਾ। ਗਿੱਦੜ ਨੇ ਉਸ ਸਮੇਂ ਗਿੱਦੜਾਂ ਦੇ ਰਾਜੇ ਦਾ ਪਤਾ ਲਗਾਇਆ ਤੇ ਉੱਥੇ ਜਾ ਪਹੁੰਚਿਆ। ਗਿੱਦੜ ਨੇ ਗਿੱਦੜਾਂ ਦੇ ਰਾਜੇ ਕੋਲੇ ਜਾ ਕੇ ਫਤਿਹ ਬੁਲਾਈ ਤਾਂ ਗਿੱਦੜਾਂ ਦੇ ਰਾਜੇ ਨੇ ਉਸ ਨੂੰ ਪੁੱਛਿਆ, ਹਾਂ ਵੀ ਤੂੰ ਕੌਣ ਹੈ? ਬੜਾ ਆਕੜ ਜੇ ਨਾਲ ਸਾਡੇ ਦਰਬਾਰ ਦੇ ਵਿੱਚ ਖੜਾ ਹੈ। ਗਿੱਦੜ ਨੇ ਸ਼ੇਖੀ ਮਾਰਦੇ ਹੋਏ ਉੱਤਰ ਦਿੱਤਾ, ਮੈਂ ਇੱਕ ਗਿਆਨੀ ਗਿੱਦੜ ਹਾਂ ਮਹਾਰਾਜ। ਮੈਂ ਇੱਕ ਅਜਿਹਾ ਬ੍ਰਹਮ ਮੰਤਰ ਸਿੱਖ ਲਿਆ ਹੈ ਜਿਸ ਦੇ ਨਾਲ ਸਾਰਾ ਜੰਗਲ ਹਿੱਲ ਸਕਦਾ ਹੈ। ਗਿੱਦੜ ਨੇ ਆਖਿਆ, ਤੁਸੀਂ ਕੀ ਚਾਹੁੰਦੇ ਹੋ? ਰਾਜੇ ਨੇ ਪੁੱਛਿਆ। ਗਿੱਦੜ ਨੇ ਉੱਤਰ ਦਿੱਤਾ, ਪਹਿਲਾਂ ਤਾਂ ਮੈਂ ਵਿਆਹ ਕਰਵਾਉਣਾ ਚਾਹੁੰਦਾ ਹਾਂ, ਫਿਰ ਇਸ ਜੰਗਲ ਦਾ ਪੰਡਿਤ ਬਣ ਕੇ ਸਾਰਿਆਂ 'ਤੇ ਰਾਜ ਕਰਾਂਗਾ। ਰਾਜ ਪੁਰੋਹਿਤ ਬਣ ਕੇ ਸਾਰਿਆਂ ਨੂੰ ਦਿਖਾਵਾਂਗਾ। ਇਹ ਸੁਣ ਕੇ ਗਿੱਦੜਾਂ ਦਾ ਰਾਜਾ ਬਹੁਤ ਖੁਸ਼ ਹੋਇਆ। ਗਿੱਦੜਾਂ ਦਾ ਰਾਜਾ ਖੁਸ਼ੀ ਦੇ ਨਾਲ ਬੋਲਿਆ, ਹੇ ਗਿਆਨੀ ਗਿੱਦੜ, ਤੂੰ ਮੇਰੀ ਬੇਟੀ ਦੇ ਨਾਲ ਸ਼ਾਦੀ ਕਰ ਲੈ। ਬੋਲ, ਕੀ ਤੈਨੂੰ ਇਹ ਰਿਸ਼ਤਾ ਮਨਜ਼ੂਰ ਹੈ? ਗਿੱਦੜ ਬੋਲਿਆ, ਕਿਉਂ ਨਹੀਂ ਮਹਾਰਾਜ, ਭਲਾ ਤੁਹਾਡੀ ਲੜਕੀ ਨਾਲ ਸ਼ਾਦੀ ਹੋਵੇ ਤੇ ਮੈਂ ਖੁਸ਼ ਨਾ ਹੋਵਾਂ। ਗਿੱਦੜ ਮਨ ਹੀ ਮਨ ਮੋਤੀਚੂਰ ਦੇ ਲੱਡੂ ਆਪਣੇ ਦਿਲ ਦੇ ਅੰਦਰ ਭੋਰਨ ਲੱਗਾ। ਗਿੱਦੜ ਨੂੰ ਉਹ ਸਮਾਂ ਯਾਦ ਆਉਣ ਲੱਗਾ ਜਦੋਂ ਕੋਈ ਵੀ ਗਿੱਦੜ ਉਸ ਦੇ ਨਾਲ ਆਪਣੀ ਧੀ ਦੀ ਸ਼ਾਦੀ ਕਰਨ ਲਈ ਤਿਆਰ ਨਹੀਂ ਸੀ
ਅੱਜ ਉਸ ਮੰਤਰ ਦੀ ਸ਼ਕਤੀ ਦੀ ਬਦੌਲਤ ਗਿੱਦੜਾਂ ਦਾ ਰਾਜਾ ਆਪਣੀ ਧੀ ਦੀ ਸ਼ਾਦੀ ਉਸ ਦੇ ਨਾਲ ਕਰਨ ਨੂੰ ਤਿਆਰ ਹੋ ਗਿਆ ਸੀ। ਸਮਾਂ ਬਦਲਦੇ ਦੇਰ ਨਹੀਂ ਲੱਗਦੀ। ਗਿੱਦੜ ਦਾ ਵਿਆਹ ਗਿੱਦੜਾਂ ਦੇ ਰਾਜੇ ਦੀ ਧੀ ਦੇ ਨਾਲ ਹੋ ਗਿਆ। ਇਸ ਦੇ ਨਾਲ ਹੀ ਗਿੱਦੜ ਜਾਤ ਵੱਲੋਂ ਸਾਰੇ ਜੰਗਲ ਵਿੱਚ ਇਹ ਐਲਾਨ ਕਰਵਾ ਦਿੱਤਾ ਗਿਆ ਕਿ ਅੱਜ ਤੋਂ ਸਾਡੀ ਜਾਤ ਵਿੱਚ ਪੰਡਿਤ ਪੈਦਾ ਹੋ ਗਿਆ ਹੈ, ਜੋ ਸਾਰੇ ਜੰਗਲ ਦੇ ਵਿੱਚ ਮੰਤਰਾਂ ਦਾ ਪਾਠ ਕਰਿਆ ਕਰੇਗਾ। ਇਸ ਪਾਠ ਨੂੰ ਸੁਣਨ ਤੋਂ ਬਾਅਦ ਸਾਰੇ ਜਾਨਵਰਾਂ ਦਾ ਜੀਵਨ ਬਦਲਦਾ ਜਾਵੇਗਾ। ਉਹ ਅਗਲੇ ਜਨਮ ਵਿੱਚ ਮਨੁੱਖੀ ਜੀਵਨ ਦੇ ਵਿੱਚ ਪ੍ਰਵੇਸ਼ ਕਰਨਗੇ। ਇਸ ਐਲਾਨ ਦੇ ਨਾਲ ਸਾਰੇ ਜੰਗਲ ਦੇ ਵਿੱਚ ਹੰਗਾਮਾ ਖੜਾ ਹੋ ਗਿਆ। ਗਿਆਨੀ ਗਿੱਦੜ ਨੂੰ ਵੇਖਣ ਲਈ ਸਾਰੇ ਜੰਗਲ ਦੇ ਜਾਨਵਰ ਭੱਜੇ ਆਉਣ ਲੱਗੇ। ਇਹਨਾਂ ਵਿੱਚ ਜੰਗਲ ਦਾ ਰਾਜਾ ਸ਼ੇਰ ਵੀ ਸੀ ਤੇ ਹਾਥੀ ਵੀ। ਗਿਆਨੀ ਗਿੱਦੜ ਤੋਂ ਮੰਤਰ ਦਾ ਪਾਠ ਸੁਣਨ ਲਈ ਸਾਰੇ ਤਿਆਰ ਹੋ ਗਏ। ਸ਼ੇਰ, ਗਿੱਦੜ, ਭੇੜੀਆ, ਲੋਮੜੀ, ਭਾਲੂ, ਅਨੇਕ ਤਰ੍ਹਾਂ ਦੇ ਜੰਗਲੀ ਜਾਨਵਰ ਉਸ ਦੇ ਪੈਰਾਂ ਨੂੰ ਛੂਹਣ ਲੱਗੇ। ਅਨੇਕਾਂ ਗਿੱਦੜਾਂ ਦੀ ਪੂਰੀ ਫੌਜ ਉਸ ਦੇ ਚਾਰੇ ਪਾਸੇ ਖੜੀ ਸੀ। ਗਿੱਦੜ ਇੱਕ ਉੱਚੇ ਮੰਚ ਉੱਤੇ ਬੈਠ ਗਿਆ ਤੇ ਉਸ ਦੇ ਮੱਥੇ ਤੇ ਲਾਲ ਰੰਗ ਦਾ ਵੱਡਾ ਤਿਲਕ ਲਗਾ ਦਿੱਤਾ ਗਿਆ। ਸਿਰ ਤੇ ਲਾਲ ਰੰਗ ਦੇ ਫੁੱਲਾਂ ਦਾ ਗੁਲਦਸਤਾ ਬੰਨ੍ਹਿਆ ਹੋਇਆ ਸੀ। ਮੰਤਰਾਂ ਦਾ ਪਾਠ ਸੁਣ ਕੇ ਸਾਰੇ ਜੰਗਲੀ ਜੀਵ ਖੁਸ਼ ਹੋ ਰਹੇ ਸਨ। ਸਾਰਿਆਂ ਨੇ ਮਿਲ ਕੇ ਨਾਅਰੇ ਲਗਾਏ, ਮਹਾਪੰਡਿਤ ਗਿੱਦੜ ਜਿੰਦਾਬਾਦ। ਸਾਰਾ ਜੰਗਲ ਇਹਨਾਂ ਨਾਅਰਿਆਂ ਦੇ ਨਾਲ ਗੂੰਜ ਉੱਠਿਆ। ਜਿਵੇਂ ਹੀ ਗਿੱਦੜਾਂ ਨੇ ਪਾਠ ਸਮਾਪਤ ਕੀਤਾ ਤਾਂ ਸਾਰੇ ਜਾਨਵਰਾਂ ਨੇ ਮਿਲ ਕੇ ਫੈਸਲਾ ਕੀਤਾ ਕਿ ਇਸ ਮਹਾਨ ਗਿੱਦੜ ਦਾ ਜਲੂਸ ਕੱਢਿਆ ਜਾਵੇ। ਫੇਰ ਕੀ ਸੀ, ਉਸੇ ਸਮੇਂ ਹਾਥੀ ਆ ਗਏ। 2 ਹਾਥੀਆਂ ਦੇ ਉੱਪਰ ਸ਼ੇਰ ਨੂੰ ਖੜਾ ਕਰ ਦਿੱਤਾ ਗਿਆ। ਉਸ ਸ਼ੇਰ ਦੇ ਉੱਪਰ ਉਸ ਵਿਦਵਾਨ ਗਿੱਦੜ ਨੂੰ ਬਿਠਾਇਆ ਗਿਆ। ਅੱਗੇ ਹਾਥੀ ਅਤੇ ਪਿੱਛੇ ਸ਼ੇਰ ਤੇ ਸਵਾਰ ਗਿੱਦੜ ਚੱਲਣ ਲੱਗਾ। ਉਸ ਦੇ ਪਿੱਛੇ ਸਾਰੇ ਜੰਗਲੀ ਜੀਵ ਚੱਲ ਰਹੇ ਸਨ। ਗਿੱਦੜ ਦੇ ਪਿੱਛੇ ਉਸ ਦੀ ਪਤਨੀ ਬੈਠੀ ਸੀ। ਚਾਰੇ ਪਾਸੇ ਗਿੱਦੜ ਦੀ ਜੈ ਜੈਕਾਰ ਹੋ ਰਹੀ ਸੀ। ਜੰਗਲ ਦੇ ਪੰਡਿਤ ਗਿੱਦੜ ਦੀ ਜੈ ਹੋਵੇ, ਜੰਗਲ ਦੇ ਪੰਡਿਤ ਗਿੱਦੜ ਦੀ ਜੈ ਹੋਵੇ। ਗਿੱਦੜਾਂ ਦਾ ਰਾਜਾ ਬੋਲਿਆ, ਭਰਾਵੋ, ਅਸੀਂ ਆਪਣੇ ਪੰਡਿਤ ਰਾਜਾ ਨੂੰ ਲੈ ਕੇ ਵਾਰਾਣਸੀ ਚੱਲਾਂਗੇ। ਲੋਕਾਂ ਨੂੰ ਵੀ ਤਾਂ ਪਤਾ ਚੱਲੇ ਸਾਡੀ ਬਰਾਦਰੀ ਵੀ ਕਿਸੇ ਨਾਲੋਂ ਘੱਟ ਨਹੀਂ ਬੁੱਧੀਮਾਨੀ ਦੇ ਵਿੱਚ। ਸਾਡੇ ਕੋਲ ਵੀ ਵਿਦਵਾਨ ਪੰਡਿਤ ਨੇ। ਅਸੀਂ ਜੰਗਲੀ ਜਾਨਵਰ ਹੁਣ ਗਿਆਨੀ ਹੋ ਗਏ ਹਾਂ। ਸਾਰਿਆਂ ਨੇ ਇੱਕ ਆਵਾਜ਼ ਵਿੱਚ ਹਾਮੀ ਭਰੀ। ਠੀਕ ਹੈ, ਅਸੀਂ ਰਾਜਾ ਦੇ ਕੋਲ ਚੱਲਾਂਗੇ। ਉਹਨਾਂ ਨੂੰ ਕਹਾਂਗੇ ਕਿ ਅਸੀਂ ਜੰਗਲ ਦੇ ਨਾਲ ਸ਼ਹਿਰ ਦੇ ਵਿੱਚ ਵੀ ਰਾਜ ਕਰ ਸਕਦੇ ਹਾਂ, ਇਸ ਲਈ ਤੁਸੀਂ ਆਪਣੇ ਰਾਜ ਸਾਨੂੰ ਦੇ ਦਿਓ। ਜੰਗਲ ਦਾ ਰਾਜਾ ਸ਼ੇਰ ਗਰਜ ਕੇ ਬੋਲਿਆ। ਉਸਨੇ ਰਾਜਦੂਤ ਭੇੜੀਏ ਨੂੰ ਕਿਹਾ, ਤੁਸੀਂ ਰਾਜਾ ਦੇ ਕੋਲ ਜਾ ਕੇ ਸਾਡਾ ਇਹ ਸੰਦੇਸ਼ ਦਿਓ ਕਿ ਅਸੀਂ ਜੰਗਲੀ ਜਾਨਵਰ ਇਕੱਠੇ ਹੋ ਕੇ ਗਿਆਨੀ ਗਿੱਦੜ ਨੂੰ ਲੈ ਕੇ ਸ਼ਹਿਰ ਦੇ ਵਿੱਚ ਆ ਰਹੇ ਹਾਂ। ਜਿਵੇਂ ਹੀ ਰਾਜਾ ਨੂੰ ਇਹ ਸੰਦੇਸ਼ ਜੰਗਲ ਦੇ ਜਾਨਵਰਾਂ ਵੱਲੋਂ ਮਿਲਿਆ, ਉਹ ਹੈਰਾਨ ਰਹਿ ਗਿਆ ਕਿ ਜੰਗਲੀ ਜਾਨਵਰ ਉਸ ਨਾਲ ਯੁੱਧ ਕਰਨ ਆ ਰਹੇ ਹਨ। ਹੇ ਭਗਵਾਨ, ਇਹਨਾਂ ਜੰਗਲੀ ਜਾਨਵਰਾਂ ਕੋਲ ਇੰਨੀ ਬੁੱਧੀ ਕਿੱਥੋਂ ਆ ਗਈ? ਉਹ ਰਾਜਾ ਨਾਲ ਯੁੱਧ ਕਰਨ ਆ ਰਹੇ ਹਨ। ਇਹ ਤਾਂ ਜ਼ਰੂਰ ਕੋਈ ਬਹੁਤ ਵੱਡੀ ਸਾਜ਼ਿਸ਼ ਲੱਗਦੀ ਹੈ। ਰਾਜੇ ਨੇ ਉਸ ਸਮੇਂ ਆਪਣੇ ਪੁਰੋਹਿਤ ਨੂੰ ਬੁਲਾ ਕੇ ਇਹ ਸਾਰੀ ਗੱਲ ਦੱਸੀ। ਰਾਜਾ ਪੁਰੋਹਿਤ ਇਹ ਗੱਲ ਸੁਣ ਕੇ ਹੈਰਾਨ ਹੋ ਗਏ ਕਿ ਗਿੱਦੜ ਵੀ ਪੰਡਿਤ ਬਣ ਗਿਆ ਹੈ। ਉਸ ਦੇ ਕਹਿਣ ਤੇ ਸਾਰੇ ਜੰਗਲੀ ਜਾਨਵਰ ਇਕੱਠੇ ਹੋ ਕੇ ਰਾਜਾ ਤੇ ਹਮਲਾ ਕਰਨ ਲਈ ਆ ਰਹੇ ਹਨ। ਹੁਣ ਕੀ ਹੋਵੇਗਾ ਮਹਾਰਾਜ? ਰਾਜਾ ਨੇ ਪੁੱਛਿਆ। ਤੁਸੀਂ ਚਿੰਤਾ ਨਾ ਕਰੋ, ਇਹਨਾਂ ਜੰਗਲੀ ਜਾਨਵਰਾਂ ਨਾਲ ਆਮਣੇ ਸਾਹਮਣੇ ਹੋ ਕੇ ਲੜਨਾ ਠੀਕ ਨਹੀਂ ਹੋਵੇਗਾ। ਮੈਂ ਲੋਟ ਕਰਾਂਗਾ ਇਸ ਨਵੇਂ ਗਿੱਦੜ ਪੰਡਿਤ ਨੂੰ, ਦੇਖਦਾ ਹਾਂ ਇਹ ਕਿਵੇਂ ਰਾਜ ਕਰਦਾ ਹੈ। ਇਹ ਰਾਜਾ ਜ਼ਰੂਰ ਬਣ ਗਿਆ ਹੈ, ਪਰ ਇਸ ਦੀ ਬੁੱਧੀ ਤਾਂ ਗਿੱਦੜਾਂ ਵਾਲੀ ਹੀ ਹੈ। ਰਾਜਾ ਵਿਚਾਰਾ ਪੰਡਿਤ ਦੇ ਮੂੰਹ ਵੱਲ ਵੇਖਦਾ ਹੀ ਰਹਿ ਗਿਆ। ਉਸ ਦੀ ਸਮਝ ਦੇ ਵਿੱਚ ਕੁਝ ਨਹੀਂ ਆ ਰਿਹਾ ਸੀ। ਪੰਡਿਤ ਰਾਜ ਮਹਿਲ ਦੇ ਬਾਹਰ ਜਾ ਕੇ ਉਹਨਾਂ ਜਾਨਵਰਾਂ ਦੀ ਫੌਜ ਦਾ ਇੰਤਜ਼ਾਰ ਕਰਨ ਲੱਗਾ। ਉੱਚੇ ਥਾਂ ਤੇ ਬੈਠ ਕੇ ਰਾਜਾ ਵੀ ਇਹ ਸਭ ਕੁਝ ਦੇਖਣ ਲੱਗਾ। ਡਰ ਦੇ ਮਾਰੇ ਰਾਜੇ ਦਾ ਬੁਰਾ ਹਾਲ ਸੀ। ਅੱਜ ਤੱਕ ਉਸ ਦੇ ਦੇਸ਼ ਵਿੱਚ ਜਿੰਨੇ ਵੀ ਰਾਜਿਆਂ ਨੇ ਹਮਲੇ ਕੀਤੇ ਸਨ, ਸਾਰਿਆਂ ਨਾਲ ਉਸਨੇ ਖੁਦ ਲੜਾਈ ਦੇ ਵਿੱਚ ਮੁਕਾਬਲਾ ਕੀਤਾ ਸੀ। ਪਰ ਅੱਜ ਪਹਿਲੀ ਵਾਰੀ ਦੇਸ਼ ਤੇ ਜਾਨਵਰਾਂ ਦੇ ਵੱਲੋਂ ਹਮਲਾ ਕੀਤਾ ਜਾਣਾ ਸੀ, ਉਹ ਵੀ ਉਹਨਾਂ ਵੱਲੋਂ ਜਿਨ੍ਹਾਂ ਦਾ ਰਾਜਾ ਇੱਕ ਗਿੱਦੜ ਸੀ, ਜੋ ਆਪਣੇ ਆਪ ਨੂੰ ਮਹਾਪੰਡਿਤ ਕਹਿੰਦਾ ਸੀ। ਸਾਹਮਣੇ 2 ਹਾਥੀਆਂ ਦੇ ਉੱਪਰ ਇੱਕ ਸ਼ੇਰ ਖੜਾ ਸੀ। ਉਹ ਸ਼ੇਰ ਦੇ ਉੱਤੇ ਮਹਾਪੰਡਿਤ ਗਿੱਦੜ ਬੈਠਾ ਸੀ। ਸਾਹਮਣੇ ਤੋਂ 2 ਹਾਥੀ ਆ ਰਹੇ ਸਨ, ਜਿਨ੍ਹਾਂ ਦੇ ਉੱਪਰ ਇੱਕ ਸ਼ੇਰ ਖੜਾ ਸੀ। ਸ਼ੇਰ ਦੇ ਉੱਪਰ ਮਹਾਪੰਡਿਤ ਗਿੱਦੜ ਰਾਜਾ ਬਣਿਆ ਬੈਠਾ ਸੀ। ਉਸ ਦੇ ਪਿੱਛੇ ਸ਼ੇਰ, ਹਾਥੀ, ਬਾਂਦਰ, ਲੂੰਬੜੀਆਂ, ਭੇੜੀਏ, ਭਾਲੂ, ਪਤਾ ਨਹੀਂ ਕਿੰਨੇ ਕੁ ਜਾਨਵਰ ਚੱਲੇ ਆ ਰਹੇ ਸਨ। ਕਿੰਨੀ ਵਿਸ਼ਾਲ ਫੌਜ ਸੀ ਇਸ ਗਿੱਦੜ ਦੀ। ਇਹ ਸੋਚ ਕੇ ਰਾਜਾ ਮਾਨ ਸਿੰਘ ਦਾ ਦਿਲ ਡੁੱਬਦਾ ਜਾ ਰਿਹਾ ਸੀ।
ਉਸਨੂੰ ਇਹ ਗੱਲ ਸਾਫ਼ ਨਜ਼ਰ ਆ ਰਹੀ ਸੀ, ਜੇ ਅਸਲ ਵਿੱਚ ਇਹ ਸਭ ਜਾਨਵਰ ਉਸਦੇ ਦੇਸ਼ ਵਿੱਚ ਟੁੱਟ ਪਏ ਤਾਂ ਜਿੱਤ ਉਹਨਾਂ ਦੀ ਹੀ ਹੋਵੇਗੀ, ਮੇਰੀ ਨਹੀਂ। ਹੁਣ ਤਾਂ ਇਸ ਰਾਜ ਪੁਰੋਹਿਤ ਦੀ ਬੁੱਧੀ ਹੀ ਹੈ ਜੋ ਸਾਨੂੰ ਵਿਨਾਸ਼ ਤੋਂ ਬਚਾ ਸਕਦੀ ਹੈ, ਪਰ ਉਹ ਪੰਡਿਤ ਵੀ ਇਹਨਾਂ ਜਾਨਵਰਾਂ ਨੂੰ ਕੀ ਕਹੇਗਾ। ਇਸੇ ਡਰ ਦੇ ਮਾਰੇ ਰਾਜਾ ਦਾ ਮਨ ਡੁੱਬੀ ਜਾ ਰਿਹਾ ਸੀ। ਉੱਧਰ ਪੰਡਿਤ ਰਾਜ ਮਹਿਲ ਦੇ ਮੁੱਖ ਦੁਆਰ ਤੇ ਖੜਾ ਸੀ। ਜਾਨਵਰਾਂ ਦੀ ਫੌਜ ਆਪਣੇ ਗਿੱਦੜ ਰਾਜਾ ਦੇ ਨਾਲ ਉਸਦੇ ਦਰਵਾਜ਼ੇ ਤੱਕ ਆ ਚੁੱਕੀ ਸੀ। ਰੁਕ ਜਾਓ, ਰਾਜ ਪੁਰੋਹਿਤ ਨੇ ਗਿੱਦੜਾਂ ਦੇ ਰਾਜੇ ਨੂੰ ਚੀਖ ਕੇ ਕਿਹਾ। ਕਿਉਂ? ਗਿੱਦੜ ਆ ਕੇ ਬੋਲਿਆ। ਇਸ ਲਈ ਕਿ ਤੁਸੀਂ ਮਹਾਪੰਡਿਤ ਗਿੱਦੜ ਹੋ, ਮੈਂ ਵੀ ਰਾਜ ਪੁਰੋਹਿਤ ਹਾਂ, ਤੁਹਾਡੇ ਤੋਂ ਕੁਝ ਪੁੱਛਣਾ ਚਾਹੁੰਦਾ ਹਾਂ। ਜ਼ਰੂਰ ਪੁੱਛੋ, ਗਿੱਦੜ ਆਕੜ ਕੇ ਬੋਲਿਆ। ਕੀ ਅਸਲ ਵਿੱਚ ਤੁਸੀਂ ਯੁੱਧ ਕਰਨ ਆ ਰਹੇ ਹੋ? ਤੁਸੀਂ ਮੇਰੀ ਫੌਜ ਦੇਖ ਕੇ ਇਹ ਗੱਲ ਦਾ ਸਹਿਜ ਹੀ ਅੰਦਾਜ਼ਾ ਲਗਾ ਸਕਦੇ ਹੋ। ਮਹਾਪੰਡਿਤ ਗਿੱਦੜ ਨੇ ਮਜ਼ਾਕ ਉਡਾਇਆ। ਓਏ ਗਿੱਦੜਾ, ਮੈਨੂੰ ਤਾਂ ਇਹ ਫੌਜ ਤੇਰੀ ਲੱਗਦੀ ਨਹੀਂ, ਰਾਜ ਪੁਰੋਹਿਤ ਨੇ ਕਿਹਾ। ਗਿੱਦੜ ਬੋਲਿਆ, ਭੋਲਿਆ ਪੰਡਿਤਾ, ਤੂੰ ਤਾਂ ਮੈਨੂੰ ਅਗਿਆਨੀ ਹੀ ਲੱਗਦਾ ਹੈ। ਇੰਨੇ ਸ਼ੇਰਾਂ ਹਾਥੀਆਂ ਨੂੰ ਵੇਖ ਕੇ ਤੂੰ ਇਹ ਨਹੀਂ ਸੋਚ ਸਕਦਾ ਕਿ ਹੁਣ ਇਹ ਕੀ ਕਰਨਗੇ। ਸ਼ੇਰ ਦੀ ਗਰਜ ਸੁਣਦੇ ਹੀ ਸਾਰੇ ਸ਼ਹਿਰ ਦੇ ਵਿੱਚ ਦੌੜ ਭੱਜ ਮੱਚ ਜਾਵੇਗੀ। ਇਸ ਦੇ ਨਾਲ ਹੀ ਹਾਥੀ ਝੰਗਾੜਨਗੇ, ਤੇਰਾ ਸਾਰਾ ਸ਼ਹਿਰ ਡਰ ਦੇ ਨਾਲ ਖਾਲੀ ਹੋ ਜਾਵੇਗਾ। ਤੁਸੀਂ ਜਾਣਦੇ ਹੀ ਹੋ ਕਿ ਮਹਾਰਾਜ, ਜਿਸ ਸ਼ਹਿਰ ਦੇ ਵਿੱਚ ਭੱਜ ਦੌੜ ਮੱਚ ਜਾਵੇ, ਜਨਤਾ ਇੱਕ ਦੂਜੇ ਦੇ ਉੱਪਰ ਡਿੱਗਦੀ ਢਹਿੰਦੀ ਹੈ। ਡਰ ਦੇ ਮਾਰੇ ਸਾਰੇ ਪਾਗਲ ਹੋ ਕੇ ਬਾਹਰ ਵੱਲ ਨਿਕਲ ਭੱਜਦੇ ਹਨ, ਤੇ ਫਿਰ ਤੇਰੀ ਸੈਨਾ ਦਾ ਕੀ ਹੋਵੇਗਾ? ਜਦੋਂ ਜਨਤਾ ਭੱਜ ਨਿਕਲੇਗੀ, ਤੁਹਾਡੀ ਸੈਨਾ ਹਾਥੀਆਂ ਅਤੇ ਸ਼ੇਰਾਂ ਦਾ ਸ਼ਿਕਾਰ ਹੋ ਜਾਵੇਗੀ। ਹਾ 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 ਹਾ, ਗਿੱਦੜ ਦਾ ਰਾਜਾ ਹੰਕਾਰ ਦੇ ਨਾਲ ਬੋਲਿਆ। ਉਸਨੂੰ ਵੇਖ ਕੇ ਸਾਰੇ ਜੰਗਲ ਦੇ ਜਾਨਵਰ ਵੀ ਹੱਸਣ ਲੱਗੇ। ਦੂਰ ਬੈਠੇ ਰਾਜਾ ਦਾ ਦਿਲ ਡੁੱਬਣ ਲੱਗਾ ਸੀ। ਉਸਨੂੰ ਇੰਜ ਲੱਗਣ ਲੱਗਾ ਕਿ ਉਸਦਾ ਅਖੀਰਲਾ ਸਮਾਂ ਨੇੜੇ ਆ ਗਿਆ ਹੈ। ਹਜ਼ਾਰਾਂ ਜੰਗਲੀ ਜਾਨਵਰ ਪਲ ਭਰ ਦੇ ਵਿੱਚ ਉਸ ਤੇ ਟੁੱਟ ਪੈਣਗੇ। ਵਿਨਾਸ਼ ਹੀ ਵਿਨਾਸ਼। ਇਸ ਵਿਨਾਸ਼ ਨੂੰ ਹੁਣ ਕੋਈ ਨਹੀਂ ਰੋਕ ਸਕਦਾ। ਜੰਗਲੀ ਜਾਨਵਰਾਂ ਨਾਲ ਕੋਈ ਨਹੀਂ ਲੜ ਸਕਦਾ। ਪਰ ਰਾਜ ਪੁਰੋਹਿਤ ਇੰਨੀ ਜਲਦੀ ਹਾਰ ਮੰਨਣ ਵਾਲਾ ਨਹੀਂ ਸੀ। ਉਸਨੇ ਝੱਟ ਹੀ ਗਿੱਦੜ ਤੋਂ ਪੁੱਛਿਆ, ਗਿੱਦੜ ਮਹਾਰਾਜ, ਆਪ ਦੀ ਯੋਜਨਾ ਅਸਲ ਵਿੱਚ ਬੜੀ ਹੀ ਜ਼ੋਰਦਾਰ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੁਸੀਂ ਸਾਡੇ ਰਾਜੇ ਨੂੰ ਹਰਾ ਦਿਓਗੇ ਅਤੇ ਫਿਰ ਇਸ ਸ਼ਹਿਰ ਤੇ ਜੰਗਲੀ ਜਾਨਵਰਾਂ ਦਾ ਰਾਜ ਹੋਵੇਗਾ। ਪਰ ਮੈਨੂੰ ਇੱਕ ਹੋਰ ਸ਼ੱਕ ਹੈ। ਉਹ ਕਿਹੜਾ? ਕੀ ਤੁਹਾਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਹੈ ਕਿ ਸਮਾਂ ਆਉਣ ਤੇ ਸਾਰੇ ਸ਼ੇਰ ਤੁਹਾਡਾ ਕਹਿਣਾ ਮੰਨਣਗੇ? ਕਿਉਂ ਨਹੀਂ? ਆਖਿਰ ਮੈਂ ਇਹਨਾਂ ਦਾ ਰਾਜਾ ਹਾਂ। ਮੈਂ ਨਹੀਂ ਮੰਨਦਾ। ਕਿਉਂ? ਇਸ ਲਈ ਕਿ ਤੁਸੀਂ ਇਹਨਾਂ ਗੱਲਾਂ ਨੂੰ ਪਹਿਲਾਂ ਅਜਮਾ ਕੇ ਨਹੀਂ ਦੇਖਿਆ। ਸਮੇਂ ਤੋਂ ਪਹਿਲਾਂ ਤੁਸੀਂ ਇੱਕ ਵਾਰ ਇਸ ਦਾ ਅਭਿਆਸ ਕਰ ਲਓ। ਕਿਤੇ ਅਜਿਹਾ ਨਾ ਹੋਵੇ ਸਮੇਂ ਤੇ ਸ਼ੇਰ ਗਰਜਨ ਹੀ ਨਾ। ਪੰਡਿਤ, ਜੇ ਤੁਹਾਨੂੰ ਵਿਸ਼ਵਾਸ ਨਹੀਂ, ਹੁਣੇ ਤਾਂ ਤੁਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਤਮਾਸ਼ਾ ਵੇਖ ਲਓ। ਮੇਰੇ ਸ਼ੇਰ ਅਜਿਹੇ ਨਹੀਂ। ਇੰਨਾ ਕਹਿ ਕੇ ਗਿੱਦੜਾਂ ਨੇ ਆਪਣੇ ਸ਼ੇਰਾਂ ਵੱਲ ਵੇਖ ਕੇ ਕਿਹਾ, ਹੇ ਸਿੰਘ ਸਰਦਾਰੋ, ਇਸ ਪੰਡਿਤ ਨੂੰ ਦਿਖਾਉਣ ਲਈ ਇੰਨੇ ਜ਼ੋਰ ਨਾਲ ਗਰਜੋ ਕਿ ਆਸ-ਪਾਸ ਦਾ ਸਾਰਾ ਕੁਝ ਹਿੱਲ ਜਾਵੇ। ਆਪਣੇ ਰਾਜੇ ਦੀ ਆਗਿਆ ਦਾ ਪਾਲਣ ਕਰਦੇ ਹੋਏ ਸਭ ਤੋਂ ਪਹਿਲਾਂ ਹਾਥੀ ਦੀ ਪਿੱਠ ਦੇ ਉੱਪਰ ਬੈਠਾ ਸ਼ੇਰ ਜ਼ੋਰ ਦੇ ਨਾਲ ਗਰਜਿਆ। ਸ਼ੇਰ ਦੀ ਦਹਾੜ ਸੁਣ ਕੇ ਹਾਥੀ ਡਰ ਗਏ। ਉਹਨਾਂ ਨੇ ਸਮਝਿਆ ਕਿ ਸ਼ੇਰ ਸਾਨੂੰ ਖਾਣ ਦੇ ਲਈ ਆ ਰਿਹਾ ਹੈ। ਡਰ ਦੇ ਮਾਰੇ ਹਾਥੀ ਭੱਜਣ ਲੱਗੇ। ਉੱਪਰ ਬੈਠਾ ਸ਼ੇਰ ਧੜਾਮ ਦੇਣੇ ਥੱਲੇ ਡਿੱਗ ਪਿਆ। ਨਾਲ ਹੀ ਸ਼ੇਰ ਤੇ ਬੈਠਾ ਗਿੱਦੜਾਂ ਦਾ ਰਾਜਾ ਵੀ ਧੜਾਮ ਦੇਣੇ ਹੇਠਾਂ ਡਿੱਗਿਆ ਅਤੇ ਉਸ ਦੀ ਪਤਨੀ ਵੀ ਡਿੱਗ ਪਈ। ਹਾਥੀ ਡਰ ਦੇ ਮਾਰੇ ਪਿੱਛੇ ਵੱਲ ਭੱਜਣ ਲੱਗੇ। ਹਾਥੀਆਂ ਦੇ ਪੈਰਾਂ ਥੱਲੇ ਆ ਕੇ ਗਿੱਦੜਾਂ ਦਾ ਰਾਜਾ ਸ਼ੇਰ ਜ਼ਖਮੀ ਹੋ ਗਿਆ ਅਤੇ ਕੁਝ ਹੀ ਪਲ ਦੇ ਵਿੱਚ ਸਵਰਗ ਸੁਧਾਰ ਗਿਆ। ਛੋਟੇ ਛੋਟੇ ਜਾਨਵਰ ਵੀ ਵਾਪਸ ਭੱਜ ਖੜੇ ਹੋਏ। ਜਾਨਵਰਾਂ ਦੀ ਫੌਜ ਦੇ ਵਿੱਚ ਭੱਜ ਦੌੜ ਮਚ ਗਈ। ਇੱਕ ਦੂਸਰੇ ਨੂੰ ਜ਼ਖਮੀ ਕਰ ਦਿੱਤਾ। ਇੰਨੇ ਨੂੰ ਰਾਜ ਪੁਰੋਹਿਤ ਨੇ ਕੋਲ ਖੜੇ ਸੈਨਿਕਾਂ ਨੂੰ ਹਮਲਾ ਕਰਨ ਦੇ ਵਾਸਤੇ ਇਸ਼ਾਰਾ ਕਰ ਦਿੱਤਾ। ਰਾਜੇ ਦੇ ਸੈਨਿਕਾਂ ਨੇ ਜ਼ਹਿਰ ਭਿੱਜੇ ਤੀਰਾਂ ਦਾ ਮੀਂਹ ਜਾਨਵਰਾਂ ਤੇ ਵਰ੍ਹਾ ਦਿੱਤਾ। ਨਵੇਂ ਵਿਦਵਾਨ ਬਣੇ ਗਿੱਦੜ ਦੇ ਵੀ ਕੁਝ ਤੀਰ ਲੱਗੇ ਅਤੇ ਉਸ ਦੀ ਰਾਣੀ ਵੀ ਜ਼ਖਮੀ ਹੋ ਗਈ ਅਤੇ ਕੁਝ ਹੀ ਸਮੇਂ ਦੇ ਵਿੱਚ ਸਵਰਗ ਸਿਧਾਰ ਗਈ। ਰਾਜਾ ਮਾਨ ਸਿੰਘ ਦੂਰੋਂ ਸਾਰਾ ਦ੍ਰਿਸ਼ ਦੇਖ ਰਿਹਾ ਸੀ। ਉਹ ਖੁਸ਼ੀ ਨਾਲ ਭੱਜਦਾ ਭੱਜਦਾ ਪੰਡਿਤ ਜੀ ਕੋਲੇ ਆਇਆ ਤੇ ਉਸ ਨੂੰ ਗਲੇ ਲਗਾ ਕੇ ਕਿਹਾ, ਤੁਸੀਂ ਧੰਨ ਹੋ ਮਹਾਰਾਜ, ਤੁਸੀਂ ਆਪਣੀ ਬੁੱਧੀ ਦੇ ਨਾਲ ਮੈਨੂੰ ਬਚਾ ਲਿਆ। ਪੰਡਿਤ ਜੀ ਨੇ ਕਿਹਾ, ਇਹ ਤਾਂ ਰਾਜਾ ਜੀ ਮੇਰਾ ਫਰਜ਼ ਸੀ, ਮੈਂ ਉਸੇ ਫਰਜ਼ ਦੀ ਪਾਲਣਾ ਕੀਤੀ ਹੈ। ਪਿਆਰੇ ਬੱਚਿਓ, ਜੇਕਰ ਤੁਹਾਨੂੰ ਇਹ ਕਹਾਣੀ ਸੋਹਣੀ ਲੱਗੀ ਤਾਂ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ।